ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਅੱਜ ਇਲੀਨੋਇਸ ਸਟੇਟ ਦੇ ਵਿੱਚ ਗਏ ਤੇ ਇੱਕ ਕਿਸਾਨ ਦੇ ਫਾਰਮ ਦੇ ਉੱਤੇ ਗਏ ਤੇ ਉੱਥੇ ਉਹਨਾਂ ਨੇ ਇਹ ਕਿਹਾ ਹੈਗਾ ਵੀ ਅਸੀਂ ਫਾਰਮਰਸ ਨੂੰ ਹੋਰ ਹੈਲਪ ਕਰਾਂਗੇ ਤਾਂ ਕਿ ਜਿਹੜੀਆਂ ਫੂਡ ਦੀਆਂ ਪ੍ਰਾਈਸਿਸ ਆ ਕਾਸਟ ਆ ਉਹ ਘੱਟ ਹੋ ਜਾਵੇ। ਇੱਥੇ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਫਾਰਮਰਸ ਆ ਉਹਨਾਂ ਨੂੰ ਡਬਲ ਕ੍ਰੌਪ ਲਾਣੀ ਚਾਹੀਦੀ, ਸੈਕੰਡ ਕ੍ਰੌਪ ਜਿਹੜੀ ਆ ਸੇਮ ਸਾਲ ਦੇ ਵਿੱਚ ਲਾਣੀ ਚਾਹੀਦੀ ਹੈਗੀ ਆ। ਇਨਫਲੇਸ਼ਨ 8.3% ਆ ਅਪ੍ਰੈਲ ਦੇ ਮਹੀਨੇ ਦੇ ਵਿੱਚ। ਚਿਕਨ ਤੇ ਮਿਲਕ ਦੀਆਂ ਜਿਹੜੀਆਂ ਪ੍ਰਾਈਸਿਸ ਆ ਉਹ 15% ਇਨਕਰੀਜ਼ ਹੋਈਆਂ। ਆਟੇ ਦੀਆਂ ਪ੍ਰਾਈਸਿਸ 14% ਇਨਕਰੀਜ਼ ਹੋ ਗਈਆਂ। 30% ਦੇ ਕਰੀਬ ਜਿਹੜੀ ਕਣਕ ਆ ਉਹ ਐਕਸਪੋਰਟ ਹੁੰਦੀ ਸੀ ਯੂਕਰੇਨ ਤੇ ਰਸ਼ੀਆ ਤੋਂ, ਪਰ ਕਿਉਂਕਿ ਉੱਥੇ ਲੜਾਈ ਚੱਲੀ ਹੋਈ ਹੈ ਇਸ ਕਰਕੇ ਕਣਕ ਦੀਆਂ ਪ੍ਰਾਈਸਿਸ ਵੀ ਬਹੁਤ ਜ਼ਿਆਦਾ ਚੜ ਗਈਆਂ ਹੈਗੀਆਂ। ਉਹਨਾਂ ਨੇ ਇਹ ਕਿਹਾ ਵੀ ਅਮਰੀਕਨ ਇਸ ਟਾਈਮ ਦੋ ਫਰੰਟ ਦੇ ਉੱਤੇ ਲੜ ਰਹੇ ਆ। ਇੱਕ ਅਸੀਂ ਆਪਣੇ ਘਰ ਇਨਫਲੇਸ਼ਨ ਤੇ ਰਾਈਜ਼ਿੰਗ ਪ੍ਰਾਈਸਿਸ ਦੇ ਲਈ ਤੇ ਦੂਸਰਾ ਯੂਕਰੇਨ ਦੀ ਹੈਲਪ ਕਰਨ ਦੇ ਲਈ ਤਾਂ ਕਿ ਜਿਹੜੀ ਉਹਨਾਂ ਦੀ ਡੈਮੋਕ੍ਰੇਸੀ ਆ ਉਹ ਸੇਵ ਹੋ ਸਕੇ। ਸੋ ਉਹਨਾਂ ਨੇ ਇਹ ਵੀ ਕਿਹਾ ਵੀ ਗਵਰਨਮੈਂਟ ਜਿਹੜੀ ਆ ਟੈਕਨੀਕਲ ਅਸਿਸਟੈਂਸ ਦਊਗੀ ਫਾਰਮਰਸ ਨੂੰ ਤੇ ਡਬਲ ਦਾ ਫੰਡਿੰਗ ਟੂ ਪ੍ਰੋਡਿਊਸ ਫਰਟੀਲਾਈਜ਼ਰ ਡੋਮੈਸਟਿਕਲੀ। ਜਿਹੜਾ ਫਰਟੀਲਾਈਜ਼ਰ ਆ ਉਹਨੂੰ ਡੋਮੈਸਟਿਕਲੀ ਪ੍ਰੋਡਿਊਸ ਕੀਤਾ ਜਾਊਗਾ। ਜੀ ਇਸ ਟਾਈਮ ਫਰਟੀਲਾਈਜ਼ਰ ਦੇ ਲਈ ਸਭ ਤੋਂ ਵੱਡੀ ਟੇਕ ਯੂਕਰੇਨ ਤੇ ਰੂਸ ਦੇ ਉੱਤੇ ਰਹਿੰਦੀ ਆ। ਕਣਕ ਵੀ ਉੱਥੇ ਸਭ ਤੋਂ ਜ਼ਿਆਦਾ ਤੇ ਫਰਟੀਲਾਈਜ਼ਰ ਵੀ ਉੱਥੇ ਜਿਹੜਾ ਸਭ ਤੋਂ ਜ਼ਿਆਦਾ ਹੁੰਦੇ ਆ, ਜਿਸ ਕਰਕੇ ਇਹ ਕੰਮ ਜਿਹੜਾ ਹੁਣ ਕਾਫੀ ਜ਼ਿਆਦਾ ਮਹਿੰਗਾ ਪਹਿਲੋਂ ਦੇ ਬਾਬਤ ਹੋ ਚੁੱਕਾ ਆ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਅੱਜ ਇਲੀਨੋਇਸ ਸਟੇਟ ਦੇ ਵਿੱਚ ਗਏ ਤੇ ਇੱਕ ਕਿਸਾਨ ਦੇ ਫਾਰਮ ਦੇ ਉੱਤੇ ਗਏ ਤੇ ਉੱਥੇ ਉਹਨਾਂ ਨੇ ਇਹ ਕਿਹਾ ਹੈਗਾ ਵੀ ਅਸੀਂ ਫਾਰਮਰਸ ਨੂੰ ਹੋਰ ਹੈਲਪ ਕਰਾਂਗੇ ਤਾਂ ਕਿ ਜਿਹੜੀਆਂ ਫੂਡ ਦੀਆਂ ਪ੍ਰਾਈਸਿਸ ਆ ਕਾਸਟ ਆ ਉਹ ਘੱਟ ਹੋ ਜਾਵੇ। ਇੱਥੇ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਫਾਰਮਰਸ ਆ ਉਹਨਾਂ ਨੂੰ ਡਬਲ ਕ੍ਰੌਪ ਲਾਣੀ ਚਾਹੀਦੀ, ਸੈਕੰਡ ਕ੍ਰੌਪ ਜਿਹੜੀ ਆ ਸੇਮ ਸਾਲ ਦੇ ਵਿੱਚ ਲਾਣੀ ਚਾਹੀਦੀ ਹੈਗੀ ਆ। ਇਨਫਲੇਸ਼ਨ 8.3% ਆ ਅਪ੍ਰੈਲ ਦੇ ਮਹੀਨੇ ਦੇ ਵਿੱਚ। ਚਿਕਨ ਤੇ ਮਿਲਕ ਦੀਆਂ ਜਿਹੜੀਆਂ ਪ੍ਰਾਈਸਿਸ ਆ ਉਹ 15% ਇਨਕਰੀਜ਼ ਹੋਈਆਂ। ਆਟੇ ਦੀਆਂ ਪ੍ਰਾਈਸਿਸ 14% ਇਨਕਰੀਜ਼ ਹੋ ਗਈਆਂ। 30% ਦੇ ਕਰੀਬ ਜਿਹੜੀ ਕਣਕ ਆ ਉਹ ਐਕਸਪੋਰਟ ਹੁੰਦੀ ਸੀ ਯੂਕਰੇਨ ਤੇ ਰਸ਼ੀਆ ਤੋਂ, ਪਰ ਕਿਉਂਕਿ ਉੱਥੇ ਲੜਾਈ ਚੱਲੀ ਹੋਈ ਹੈ ਇਸ ਕਰਕੇ ਕਣਕ ਦੀਆਂ ਪ੍ਰਾਈਸਿਸ ਵੀ ਬਹੁਤ ਜ਼ਿਆਦਾ ਚੜ ਗਈਆਂ ਹੈਗੀਆਂ। ਉਹਨਾਂ ਨੇ ਇਹ ਕਿਹਾ ਵੀ ਅਮਰੀਕਨ ਇਸ ਟਾਈਮ ਦੋ ਫਰੰਟ ਦੇ ਉੱਤੇ ਲੜ ਰਹੇ ਆ। ਇੱਕ ਅਸੀਂ ਆਪਣੇ ਘਰ ਇਨਫਲੇਸ਼ਨ ਤੇ ਰਾਈਜ਼ਿੰਗ ਪ੍ਰਾਈਸਿਸ ਦੇ ਲਈ ਤੇ ਦੂਸਰਾ ਯੂਕਰੇਨ ਦੀ ਹੈਲਪ ਕਰਨ ਦੇ ਲਈ ਤਾਂ ਕਿ ਜਿਹੜੀ ਉਹਨਾਂ ਦੀ ਡੈਮੋਕ੍ਰੇਸੀ ਆ ਉਹ ਸੇਵ ਹੋ ਸਕੇ। ਸੋ ਉਹਨਾਂ ਨੇ ਇਹ ਵੀ ਕਿਹਾ ਵੀ ਗਵਰਨਮੈਂਟ ਜਿਹੜੀ ਆ ਟੈਕਨੀਕਲ ਅਸਿਸਟੈਂਸ ਦਊਗੀ ਫਾਰਮਰਸ ਨੂੰ ਤੇ ਡਬਲ ਦਾ ਫੰਡਿੰਗ ਟੂ ਪ੍ਰੋਡਿਊਸ ਫਰਟੀਲਾਈਜ਼ਰ ਡੋਮੈਸਟਿਕਲੀ। ਜਿਹੜਾ ਫਰਟੀਲਾਈਜ਼ਰ ਆ ਉਹਨੂੰ ਡੋਮੈਸਟਿਕਲੀ ਪ੍ਰੋਡਿਊਸ ਕੀਤਾ ਜਾਊਗਾ। ਜੀ ਇਸ ਟਾਈਮ ਫਰਟੀਲਾਈਜ਼ਰ ਦੇ ਲਈ ਸਭ ਤੋਂ ਵੱਡੀ ਟੇਕ ਯੂਕਰੇਨ ਤੇ ਰੂਸ ਦੇ ਉੱਤੇ ਰਹਿੰਦੀ ਆ। ਕਣਕ ਵੀ ਉੱਥੇ ਸਭ ਤੋਂ ਜ਼ਿਆਦਾ ਤੇ ਫਰਟੀਲਾਈਜ਼ਰ ਵੀ ਉੱਥੇ ਜਿਹੜਾ ਸਭ ਤੋਂ ਜ਼ਿਆਦਾ ਹੁੰਦੇ ਆ, ਜਿਸ ਕਰਕੇ ਇਹ ਕੰਮ ਜਿਹੜਾ ਹੁਣ ਕਾਫੀ ਜ਼ਿਆਦਾ ਮਹਿੰਗਾ ਪਹਿਲੋਂ ਦੇ ਬਾਬਤ ਹੋ ਚੁੱਕਾ ਆ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਅੱਜ ਇਲੀਨੋਇਸ ਸਟੇਟ ਦੇ ਵਿੱਚ ਗਏ ਤੇ ਇੱਕ ਕਿਸਾਨ ਦੇ ਫਾਰਮ ਦੇ ਉੱਤੇ ਗਏ ਤੇ ਉੱਥੇ ਉਹਨਾਂ ਨੇ ਇਹ ਕਿਹਾ ਹੈਗਾ ਵੀ ਅਸੀਂ ਫਾਰਮਰਸ ਨੂੰ ਹੋਰ ਹੈਲਪ ਕਰਾਂਗੇ ਤਾਂ ਕਿ ਜਿਹੜੀਆਂ ਫੂਡ ਦੀਆਂ ਪ੍ਰਾਈਸਿਸ ਆ ਕਾਸਟ ਆ ਉਹ ਘੱਟ ਹੋ ਜਾਵੇ। ਇੱਥੇ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਫਾਰਮਰਸ ਆ ਉਹਨਾਂ ਨੂੰ ਡਬਲ ਕ੍ਰੌਪ ਲਾਣੀ ਚਾਹੀਦੀ, ਸੈਕੰਡ ਕ੍ਰੌਪ ਜਿਹੜੀ ਆ ਸੇਮ ਸਾਲ ਦੇ ਵਿੱਚ ਲਾਣੀ ਚਾਹੀਦੀ ਹੈਗੀ ਆ। ਇਨਫਲੇਸ਼ਨ 8.3% ਆ ਅਪ੍ਰੈਲ ਦੇ ਮਹੀਨੇ ਦੇ ਵਿੱਚ। ਚਿਕਨ ਤੇ ਮਿਲਕ ਦੀਆਂ ਜਿਹੜੀਆਂ ਪ੍ਰਾਈਸਿਸ ਆ ਉਹ 15% ਇਨਕਰੀਜ਼ ਹੋਈਆਂ। ਆਟੇ ਦੀਆਂ ਪ੍ਰਾਈਸਿਸ 14% ਇਨਕਰੀਜ਼ ਹੋ ਗਈਆਂ। 30% ਦੇ ਕਰੀਬ ਜਿਹੜੀ ਕਣਕ ਆ ਉਹ ਐਕਸਪੋਰਟ ਹੁੰਦੀ ਸੀ ਯੂਕਰੇਨ ਤੇ ਰਸ਼ੀਆ ਤੋਂ, ਪਰ ਕਿਉਂਕਿ ਉੱਥੇ ਲੜਾਈ ਚੱਲੀ ਹੋਈ ਹੈ ਇਸ ਕਰਕੇ ਕਣਕ ਦੀਆਂ ਪ੍ਰਾਈਸਿਸ ਵੀ ਬਹੁਤ ਜ਼ਿਆਦਾ ਚੜ ਗਈਆਂ ਹੈਗੀਆਂ। ਉਹਨਾਂ ਨੇ ਇਹ ਕਿਹਾ ਵੀ ਅਮਰੀਕਨ ਇਸ ਟਾਈਮ ਦੋ ਫਰੰਟ ਦੇ ਉੱਤੇ ਲੜ ਰਹੇ ਆ। ਇੱਕ ਅਸੀਂ ਆਪਣੇ ਘਰ ਇਨਫਲੇਸ਼ਨ ਤੇ ਰਾਈਜ਼ਿੰਗ ਪ੍ਰਾਈਸਿਸ ਦੇ ਲਈ ਤੇ ਦੂਸਰਾ ਯੂਕਰੇਨ ਦੀ ਹੈਲਪ ਕਰਨ ਦੇ ਲਈ ਤਾਂ ਕਿ ਜਿਹੜੀ ਉਹਨਾਂ ਦੀ ਡੈਮੋਕ੍ਰੇਸੀ ਆ ਉਹ ਸੇਵ ਹੋ ਸਕੇ। ਸੋ ਉਹਨਾਂ ਨੇ ਇਹ ਵੀ ਕਿਹਾ ਵੀ ਗਵਰਨਮੈਂਟ ਜਿਹੜੀ ਆ ਟੈਕਨੀਕਲ ਅਸਿਸਟੈਂਸ ਦਊਗੀ ਫਾਰਮਰਸ ਨੂੰ ਤੇ ਡਬਲ ਦਾ ਫੰਡਿੰਗ ਟੂ ਪ੍ਰੋਡਿਊਸ ਫਰਟੀਲਾਈਜ਼ਰ ਡੋਮੈਸਟਿਕਲੀ। ਜਿਹੜਾ ਫਰਟੀਲਾਈਜ਼ਰ ਆ ਉਹਨੂੰ ਡੋਮੈਸਟਿਕਲੀ ਪ੍ਰੋਡਿਊਸ ਕੀਤਾ ਜਾਊਗਾ। ਜੀ ਇਸ ਟਾਈਮ ਫਰਟੀਲਾਈਜ਼ਰ ਦੇ ਲਈ ਸਭ ਤੋਂ ਵੱਡੀ ਟੇਕ ਯੂਕਰੇਨ ਤੇ ਰੂਸ ਦੇ ਉੱਤੇ ਰਹਿੰਦੀ ਆ। ਕਣਕ ਵੀ ਉੱਥੇ ਸਭ ਤੋਂ ਜ਼ਿਆਦਾ ਤੇ ਫਰਟੀਲਾਈਜ਼ਰ ਵੀ ਉੱਥੇ ਜਿਹੜਾ ਸਭ ਤੋਂ ਜ਼ਿਆਦਾ ਹੁੰਦੇ ਆ,
ਜਿਸ ਕਰਕੇ ਇਹ ਕੰਮ ਜਿਹੜਾ ਹੁਣ ਕਾਫੀ ਜ਼ਿਆਦਾ ਮਹਿੰਗਾ ਪਹਿਲੋਂ ਦੇ ਬਾਬਤ ਹੋ ਚੁੱਕਾ ਆ।